ਜਿਹਦਾ ਅਕਾਲ ਚਲਾਣਾ ਇਸ ਕੋਵਿਡ ਦੇ ਦੌਰਾਨ ਹੋ ਗਿਆ, ਉਸਦੇ ਅਗਰ ਬੱਚੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਕੂਲ 'ਚ ਪੜ੍ਹਦੇ ਨੇ, ਉਹਨਾਂ ਨੂੰ 12ਵੀਂ ਤੱਕ ਫ੍ਰੀ 'ਚ ਪੜ੍ਹਾਇਆ ਜਾਊਗਾ। ਅਗਰ ਉਹਨਾਂ ਦੇ ਘਰ ਅੰਦਰ ਬੇਟੀ ਉਹਨਾਂ ਦੀ ਕੋਈ ਵਿਆਹੁਣ ਵਾਲੀ ਆ, ਜਿਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਇਸ ਕੋਵਿਡ ਦੇ ਦੌਰਾਨ, ਉਹਨਾਂ ਦੀ ਬੱਚੀ ਦੇ ਵਾਸਤੇ 21,000 ਰੁਪਇਆ ਸਗਨ ਦੇ ਰੂਪ ਅੰਦਰ। ਜਿਸ ਕਿਸੇ ਨੂੰ ਵੀ ਸਿੱਖ ਪਰਿਵਾਰ ਨੂੰ MRI CT ਸਕੈਨ ਡਾਇਗਨੋਸ ਸੈਂਟਰ ਵਾਸਤੇ ਭੇਜਦੇ ਨੇ, ਜਿਸ ਨੂੰ ਵੀ ਰਿਕਮੈਂਡ ਕਰਕੇ ਭੇਜਣਗੇ, ਉਸ ਦਾ MRI CT ਸਕੈਨ ਐਕਸਰੇ ਵੀ ਮੁਫਤ ਅੰਦਰ ਕੀਤਾ ਜਾਊਗਾ। ਸਪੈਸ਼ਲਿਸਟ ਹਸਪੀਟਲ ਆ ਜਿਹਦੇ ਕੇ ਅੰਦਰ ਕੋਵਿਡ ਦੇ ਵਾਸਤੇ ਵੀ ਹਰ ਤਰ੍ਹਾਂ ਦੇ ਸਾਧਨ ਲਗਾਏ ਗਏ ਨੇ। ਉਸ ਦੇ ਅੰਦਰ ਵੀ ਅਗਰ ਕੋਈ ਪੇਸ਼ੈਂਟ ਐਡਮਿਟ ਹੁੰਦਾ, ਆਰਥਿਕ ਤੌਰ ਤੇ ਕਮਜ਼ੋਰ ਆ, ਔਰ ਦਿੱਲੀ ਦੀ ਕਿਸੇ ਸਿੰਘ ਸਭਾ ਵੱਲੋਂ ਉਹਨਾਂ ਦੇ ਪ੍ਰਬੰਧਕ ਪ੍ਰਧਾਨ ਜਾਂ ਸਕੱਤਰ ਸਾਹਿਬ ਵੱਲੋਂ ਇਸ ਚੀਜ਼ ਦੀ ਲਿਖਤ 'ਚ ਆਉਂਦਾ ਹੈ ਕਿ ਉਸ ਨੂੰ 50% ਇਹਦੇ ਤੇ ਕੰਸੈਸ਼ਨ ਦੇ ਉੱਤੇ ਉਹਦਾ ਇਲਾਜ ਕੀਤਾ ਜਾਊਗਾ। ਬੜੀ ਅਹਿਮ ਜਿਹੜੀ ਤੁਹਾਨੂੰ ਜਾਣਕਾਰੀ ਦੇਣ ਨੂੰ ਤਕਲੀਫ ਦਿੱਤੀ ਆ, ਦਿੱਲੀ ਦੇ ਅੰਦਰ ਜਿਹੜਾ ਕੋਵਿਡ ਦੀ ਮਹਾਮਾਰੀ ਦੇ ਦੌਰਾਨ ਜੋ ਸਾਡੇ ਸਿੱਖ ਪਰਿਵਾਰਾਂ ਦੇ ਨੁਕਸਾਨ ਹੋਏ, ਬਹੁਤ ਸਾਰੇ ਪਰਿਵਾਰਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਨੂੰ ਲੈ ਕੇ ਅਪਰੋਚ ਕਰ ਰਹੀ ਸੀ, ਔਰ ਉਸੇ ਦੇ ਚੱਲਦੇ ਆਪਣੇ ਪਰਿਵਾਰਾਂ ਦੀ ਆਰਥਿਕ ਤੌਰ ਤੇ ਮਦਦ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਕੁਝ ਫੈਸਲੇ ਲਏ ਨੇ, ਜਿਹੜੇ ਅਸੀਂ ਆਪ ਜੀ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜੇ ਸਾਡੇ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਨੇ, ਭਾਵੇਂ ਉਹ ਰਾਗੀ ਨੇ, ਢਾਡੀ ਨੇ, ਕੀਰਤਨੀਏ ਨੇ, ਦਿੱਲੀ ਦੇ ਕਿਸੇ ਸਿੰਘ ਸਭਾ ਨਾਲ ਜੁੜੇ ਨੇ, ਸ਼੍ਰੀ ਅਖੰਡ ਪਾਠ ਸਾਹਿਬ ਕਰਨ ਵਾਲੇ ਪਾਠੀ ਨੇ, ਜਿੰਨੇ ਵੀ ਦਿੱਲੀ ਦੇ ਅੰਦਰ ਐਸੇ ਧਰਮ ਦੇ ਨਾਲ ਧਰਮ ਦਾ ਪ੍ਰਚਾਰ ਕਰਨ ਵਾਲੇ ਜਿਨ੍ਹਾਂ ਦਾ ਰੋਜ਼ਗਾਰ ਜੁੜਿਆ ਹੈ, ਉਹ ਅਗਰ ਬੇਰੋਜ਼ਗਾਰ ਹੋਏ ਨੇ, ਉਹਨਾਂ ਦਾ ਨੌਕਰੀ ਕਿਸੇ ਦੀ ਗਈ ਆ, ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਨੂੰ ਆਰਥਿਕ ਤੌਰ ਤੇ ਉਹਨਾਂ ਦੀ ਸਹਾਇਤਾ ਕਰੂਗੀ, ਔਰ ਨਾਲ ਹੀ ਉਹਨਾਂ ਦੇ ਲੰਗਰ ਦੇ ਵਾਸਤੇ ਰਸਤਾ ਦਾ ਇੰਤਜ਼ਾਮ ਕਰੂਗੀ ਉਹਨਾਂ ਦੇ ਘਰ ਦੇ ਪਰਿਵਾਰ ਵਾਸਤੇ। ਇਸੇ ਤਰੀਕੇ ਜੇ ਕੋਈ ਸਿੱਖ ਪਰਿਵਾਰ ਦਾ ਮੁਖੀਆ ਜਿਹਦਾ ਅਕਾਲ ਚਲਾਣਾ ਇਸ ਕੋਵਿਡ ਦੇ ਦੌਰਾਨ ਹੋ ਗਿਆ, ਉਸਦੇ ਅਗਰ ਬੱਚੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਕੂਲ 'ਚ ਪੜ੍ਹਦੇ ਨੇ, ਉਹਨਾਂ ਨੂੰ 12ਵੀਂ ਤੱਕ ਫ੍ਰੀ 'ਚ ਪੜ੍ਹਾਇਆ ਜਾਊਗਾ। ਅਗਰ ਕਿਸੇ ਹੋਰ ਸਕੂਲ 'ਚ ਪੜ੍ਹਦੇ ਨੇ ਔਰ ਸਾਡੇ ਸਕੂਲ 'ਚ ਪੜ੍ਹਾਉਣਾ ਚਾਹੁੰਦੇ ਨੇ, ਉਹ ਵੀ ਨਵੇਂ ਬੱਚੇ ਲੈ ਕੇ ਐਸੇ ਬੱਚਿਆਂ ਨੂੰ 12ਵੀਂ ਤੱਕ ਮੁਫਤ ਅੰਦਰ ਸਿੱਖਿਆ ਦਿੱਤੀ ਜਾਊਗੀ। ਅਗਰ ਉਹਨਾਂ ਦੇ ਘਰ ਅੰਦਰ ਬੇਟੀ ਉਹਨਾਂ ਦੀ ਕੋਈ ਵਿਆਹੁਣ ਵਾਲੀ ਆ, ਜਿਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਇਸ ਕੋਵਿਡ ਦੇ ਦੌਰਾਨ, ਉਹਨਾਂ ਦੀ ਬੱਚੀ ਦੇ ਵਾਸਤੇ 21,000 ਰੁਪਇਆ ਸਗਨ ਦੇ ਰੂਪ ਅੰਦਰ, ਔਰ ਗੁਰਦੁਆਰਾ ਕਮੇਟੀ ਦੇ ਸਥਾਨ ਜਿਹੜੇ ਨੇ ਉਹਨਾਂ ਅੰਦਰ ਵਿਆਹ ਕਰਨ ਵਾਸਤੇ ਉਹਨੂੰ ਫ੍ਰੀ 'ਚ ਜਗ੍ਹਾ ਵੀ ਦਿੱਤੀ ਜਾਊਗੀ। ਨਾਲ ਹੀ ਐਸੇ ਪਰਿਵਾਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 2,500 ਰੁਪਇਆ ਮੰਥਲੀ ਪੈਨਸ਼ਨ ਵੀ ਦਿੱਤੀ ਜਾਊਗੀ, ਜਿਨ੍ਹਾਂ ਦੇ ਘਰ ਦਾ ਮੁਖੀਆ ਘਰ ਦੇ ਜਿਹੜੀ ਆਰਥਿਕ ਸਥਿਤੀ ਉਹਦੇ ਕਰਕੇ ਖਰਾਬ ਡਾਵਾਡੋਲ ਹੋ ਗਈ। ਨਾਲ ਹੀ ਅਗਰ ਇਹ ਬੱਚੇ ਸਾਡੇ ਦਿੱਲੀ ਯੂਨੀਵਰਸਿਟੀ ਦੇ ਕਾਲਜ ਦੇ ਅੰਦਰ ਪੜ੍ਹਦੇ ਨੇ, ਉਹਨਾਂ ਨੂੰ ਵੀ ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਦੇ ਅੰਦਰ, ਸਾਡੇ ਦਿੱਲੀ 4 ਕਾਲਜ ਨੇ, ਉਹਨਾਂ 4 ਕਾਲਜਾਂ ਦੇ ਅੰਦਰ ਉਹਨਾਂ ਨੂੰ ਮੁਫਤ ਸਿੱਖਿਆ ਦਿੱਤੀ ਜਾਊਗੀ, ਉਹਨਾਂ ਤੋਂ ਕੋਈ 1 ਰੁਪਇਆ ਵੀ ਚਾਰਜ ਨਹੀਂ ਕੀਤਾ ਜਾਊਗਾ। ਇਸ ਦੇ ਨਾਲ ਹੀ ਜੋ ਸਾਡੇ ਹਸਪੀਟਲ ਤਿਆਰ ਹੋਣ ਜਾ ਰਿਹਾ 7 ਅਗਸਤ ਨੂੰ, ਜਿਸ ਦੀ ਅਸੀਂ ਓਪਨਿੰਗ ਕਰਨ ਜਾ ਰਹੇ ਹਾਂ, 125 ਬੈੱਡ ਦਾ ਸਾਡਾ ਮਲਟੀ ਸਪੈਸ਼ਲਿਸਟੀ ਹਸਪੀਟਲ ਆ, ਜਿਹਦੇ ਕੇ ਅੰਦਰ ਕੋਵਿਡ ਦੇ ਵਾਸਤੇ ਵੀ ਹਰ ਤਰ੍ਹਾਂ ਦੇ ਸਾਧਨ ਲਗਾਏ ਗਏ ਨੇ। ਉਸ ਦੇ ਅੰਦਰ ਵੀ ਅਗਰ ਕੋਈ ਪੇਸ਼ੈਂਟ ਐਡਮਿਟ ਹੁੰਦਾ, ਆਰਥਿਕ ਤੌਰ ਤੇ ਕਮਜ਼ੋਰ ਆ, ਔਰ ਦਿੱਲੀ ਦੀ ਕਿਸੇ ਸਿੰਘ ਸਭਾ ਵੱਲੋਂ ਉਹਨਾਂ ਦੇ ਪ੍ਰਬੰਧਕ ਪ੍ਰਧਾਨ ਜਾਂ ਸਕੱਤਰ ਸਾਹਿਬ ਵੱਲੋਂ ਇਸ ਚੀਜ਼ ਦੀ ਲਿਖਤ 'ਚ ਆਉਂਦਾ ਹੈ ਤੇ ਉਸ ਨੂੰ 50% ਇਹਦੇ ਤੇ ਕੰਸੈਸ਼ਨ ਦੇ ਉੱਤੇ ਉਹਦਾ ਇਲਾਜ ਕੀਤਾ ਜਾਊਗਾ। ਨਾਲ ਹੀ ਸਿੰਘ ਸਭਾਵਾਂ ਜਿਸ ਕਿਸੇ ਨੂੰ ਵੀ ਸਿੱਖ ਪਰਿਵਾਰ ਨੂੰ MRI CT ਸਕੈਨ ਡਾਇਗਨੋਸ ਸੈਂਟਰ ਵਾਸਤੇ ਭੇਜਦੇ ਨੇ, ਜਿਸ ਨੂੰ ਵੀ ਰਿਕਮੈਂਡ ਕਰਕੇ ਭੇਜਣਗੇ, ਉਸ ਦਾ MRI CT ਸਕੈਨ ਐਕਸਰੇ ਵੀ ਮੁਫਤ ਅੰਦਰ ਕੀਤਾ ਜਾਊਗਾ, ਜਿਸ ਨੂੰ ਵੀ ਸਿੰਘ ਸਭਾ ਭੇਜੂ, ਪਰ ਹੋਣਾ ਸਿੱਖ ਪਰਿਵਾਰ ਚਾਹੀਦਾ। ਇਸ ਦੇ ਨਾਲ ਹੀ ਜਿਹੜੇ ਸਾਡੇ ਸਿੱਖ ਬੱਚੇ ਨੇ, ਇਹਨਾਂ ਹੀ ਪਰਿਵਾਰਾਂ ਚੋਂ ਜਿਨ੍ਹਾਂ ਦੇ ਪਿਤਾ ਜੀ ਦਾ ਇਸ ਕੋਵਿਡ ਦੌਰਾਨ ਅਕਾਲ ਚਲਾਣਾ ਹੋ ਗਿਆ, ਉਹ ਕਿਸੇ ਹੋਰ ਦਿੱਲੀ ਯੂਨੀਵਰਸਿਟੀ ਦੇ ਕਾਲਜ ਵੀ ਅਗਰ ਉਹਨਾਂ ਦੀ ਐਡਮਿਸ਼ਨ ਹੁੰਦੀ ਆ, ਤੇ ਅਸੀਂ ਜ਼ਰੂਰ ਉਹਨਾਂ ਨੂੰ ਵੀ ਕੰਸੀਡਰ ਕਰਾਂਗੇ। ਅਗਰ ਉਹਨਾਂ ਦਾ ਮਾਲੀ ਹਾਲਤ ਕਮਜ਼ੋਰ ਆ, ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਨਾਂ ਦੇ ਵਾਸਤੇ ਵੀ
ਜ਼ਰੂਰ ਆਰਥਿਕ ਤੌਰ 'ਤੇ ਉਹਨਾਂ ਦੀ ਇਮਦਾਦ ਵੀ ਕਰੂਗੀ। ਮੈਂ ਇੱਕ ਗੱਲ ਦੱਸ ਦੇਵਾਂ ਕਿ ਜਿਹੜੇ ਸਾਡੇ ਰਾਗੀ, ਢਾਡੀ, ਕੀਰਤਨੀਏ, ਪਾਠੀ ਸਾਹਿਬ ਨੇ, ਜਿਨ੍ਹਾਂ ਨੂੰ ਸਿੰਘ ਸਭਾ ਇਹਦੇ 'ਚ ਜ਼ਰੂਰੀ ਆ, ਜਿਨ੍ਹਾਂ ਨੂੰ ਸਿੰਘ ਸਭਾ ਲਿਖ ਕੇ ਭੇਜੂਗੀ ਕਿ ਸਾਡੇ ਕੋਲ ਇੱਥੇ ਸੀਗੇ, ਇਹਨਾਂ ਦਾ ਰੋਜ਼ਗਾਰ ਖੁੱਸ ਗਿਆ ਹੈ, ਉਹਨਾਂ ਨੂੰ ਜਿੰਨੀ ਵੀ ਆਰਥਿਕ ਤੌਰ ਤੇ ਇਮਦਾਦ ਹੋਊਗੀ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਰੂਗੀ। ਠੀਕ ਹੈ ਜੀ। ਹਾਂ, ਇਸ ਦੇ ਵਾਸਤੇ ਸੰਪਰਕ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਆਫਿਸ ਕਮੇਟੀ ਦੇ ਆਫਿਸ ਦੇ ਅੰਦਰ ਇੱਕ ਵਿਸ਼ੇਸ਼ ਤੌਰ ਤੇ ਸੈੱਲ ਬਣਾਇਆ ਗਿਆ ਹੈ। ਇਹ ਫਾਰਮ ਵੀ, ਆ ਫਾਰਮ ਦੀ ਕਾਪੀ ਇੱਥੇ ਹੋਣੀ ਹੈ ਜੀ, ਇਹ ਫਾਰਮ ਜਾਰੀ ਕੀਤਾ ਗਿਆ ਹੈ। ਇਹ ਫਾਰਮ ਭਰਨਗੇ, ਦਿੱਲੀ ਕਮੇਟੀ ਦੇ ਅੰਦਰ ਇਹ ਫਾਰਮ ਮਿਲੂਗਾ, ਆਫਿਸ ਅੰਦਰ ਇਹ ਫਾਰਮ ਭਰਨਾ। ਇੱਥੇ ਮੁੰਡੇ ਕੰਪਿਊਟਰ ਤੇ ਬੈਠੇ ਨੇ, ਨਾਲ ਡਾਟਾ ਅਪਲੋਡ ਕਰਨਗੇ ਔਰ ਇਹਨਾਂ ਦੀ ਸਾਰੀ ਵੈਰੀਫਿਕੇਸ਼ਨ ਕਰਕੇ ਤੁਰੰਤ ਆਰਥਿਕ ਤੌਰ ਤੇ ਜਿਹਨੂੰ ਆਰਥਿਕ ਦੀ ਇਮਦਾਦ ਹੈ ਉਹ ਦਿੱਤੀ ਜਾਊਗੀ, ਰਸਦ ਦੀ ਉਹ ਦਿੱਤੀ ਜਾਊਗੀ, ਬੱਚਿਆਂ ਨੂੰ ਫ੍ਰੀ ਪੜਾਉਣ ਵਾਲਾ ਹੈ ਤੇ ਉਹ ਆਰਡਰ ਪਾਸ ਕਰ ਦਿੱਤਾ ਜਾਊਗਾ, ਪੈਨਸ਼ਨ ਦਾ ਤੇ ਪੈਨਸ਼ਨ ਦਾ ਆਰਡਰ ਉਹਨੂੰ ਨਾਲ ਦੇ ਨਾਲ ਦੇ ਦਿੱਤਾ ਜਾਊਗਾ ਔਰ ਦਿੱਲੀ ਯੂਨੀਵਰਸਿਟੀ ਦੇ ਅੰਦਰ ਆ ਤੇ ਦਿੱਲੀ ਯੂਨੀਵਰਸਿਟੀ ਨੂੰ ਨਾਲ ਦੇ ਨਾਲ ਆਰਡਰ ਭੇਜ ਦਿੱਤਾ ਜਾਊਗਾ। ਇਹਦੇ ਵਾਸਤੇ ਮੈਂ ਫਿਰ ਤੋਂ ਦੱਸ ਦੇਵਾਂ, ਚਾਰੇ ਚੀਜ਼ਾਂ ਜਿਹੜੀਆਂ ਨੇ, ਮੈਂ ਦੁਬਾਰਾ ਤੋਂ ਰਿਪੀਟ ਕਰ ਦੇਵਾਂ। ਇੱਕ, ਜਿੰਨੇ ਵੀ ਸਾਡੇ ਧਰਮ ਨਾਲ ਜੁੜੇ ਨੇ, ਧਰਮ ਦਾ ਪ੍ਰਚਾਰ ਪ੍ਰਸਾਰ ਕਰਦੇ ਨੇ, ਸਿੱਖ, ਰਾਗੀ, ਢਾਡੀ, ਕੀਰਤਨੀਏ ਔਰ ਪਾਠੀ, ਜਿਨ੍ਹਾਂ ਦਾ ਰੋਜ਼ਗਾਰ ਦਿੱਲੀ ਅੰਦਰ ਗਿਆ ਏ, ਉਹਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿੱਥੇ ਆਰਥਿਕ ਤੌਰ ਤੇ ਜਿੰਨੀ ਲੋੜ ਹੋਊਗੀ ਉਹਦੇ ਮੁਤਾਬਕ ਉਹਨਾਂ ਨੂੰ ਆਰਥਿਕ ਤੌਰ ਤੇ ਉਹਨਾਂ ਦੀ ਇਮਦਾਦ ਕਰੂਗੀ ਔਰ ਲੰਗਰਾਂ ਦੇ ਵਾਸਤੇ, ਉਹਨਾਂ ਦੇ ਘਰ ਚਲਾਉਣ ਵਾਸਤੇ ਰਸਦਾਂ ਦਾ ਮੁਫਤ ਅੰਦਰ ਇੰਤਜ਼ਾਮ ਕਰੂਗੀ। ਜਿਹੜੇ ਇਸੇ ਦੌਰਾਨ ਸਾਡੇ ਸਿੱਖ ਭਰਾ ਅਕਾਲ ਚਲਾਣਾ ਕਰ ਗਏ ਕੋਵਿਡ ਦੌਰਾਨ, ਉਹਨਾਂ ਦੇ ਬੱਚਿਆਂ ਨੂੰ ਮੁਫਤ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਕੂਲਾਂ 'ਚ ਪੜ੍ਹਾਇਆ ਜਾਊਗਾ। ਜਿਹੜੇ ਕਿਸੇ ਹੋਰ ਸਕੂਲ 'ਚ ਵੀ ਪੜ੍ਹਦੇ ਪਏ ਨੇ, ਅਗਰ ਉਹ ਵੀ ਸਾਡੇ ਸਕੂਲ 'ਚ ਆਉਣਗੇ ਤੇ ਉਹਨਾਂ ਨੂੰ ਮੁਫਤ ਸਿੱਖਿਆ ਦਿੱਤੀ ਜਾਊਗੀ। ਇਸੇ ਤਰ੍ਹਾਂ ਅਗਰ ਉਹਨਾਂ ਦੀ ਬੇਟੀ ਵਿਆਹੁਣ ਵਾਲੀ ਆ, ਉਹਨੂੰ 21,000 ਰੁਪਇਆ ਸਗਨ ਵੀ ਦਿੱਤਾ ਜਾਊਗਾ ਤੇ ਨਾਲ ਉਹਦਾ ਵਿਆਹ ਦਾ ਸਾਰਾ ਜਿਹੜਾ ਹੈ ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆਪਣੇ ਹਾਲਾਂ ਦੇ ਅੰਦਰ ਉਹਨਾਂ ਨੂੰ ਵਿਆਹ ਵਾਸਤੇ ਮੁਫਤ ਜਗ੍ਹਾ ਦੇਊਗੀ। ਨਾਲ ਹੀ ਜੇ ਉਹਨਾਂ ਦੇ ਬੱਚੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਜਾਂ ਹੋਰ ਸਾਡੇ ਚਾਰੇ ਕਾਲਜਾਂ 'ਚ ਪੜ੍ਹਦੇ ਨੇ, ਉਹਨਾਂ ਨੂੰ ਮੁਫਤ ਸਿੱਖਿਆ ਦਿੱਤੀ ਜਾਊਗੀ ਔਰ ਆਰਥਿਕ ਤੌਰ ਤੇ ਵੀ 2,500 ਰੁਪਏ ਐਸੇ ਪਰਿਵਾਰਾਂ ਨੂੰ ਪੈਨਸ਼ਨ ਵੀ ਲਗਾਈ ਜਾਊਗੀ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੋ ਗਏ ਨੇ। ਇਸ ਕੋਵਿਡ ਦੇ ਦੌਰਾਨ ਜਿਨ੍ਹਾਂ ਦੇ ਘਰ ਦਾ ਮੁਖੀਆ ਅਕਾਲ ਚਲਾਣਾ ਕਰ ਗਿਆ, ਉਸ ਨੂੰ 2,500 ਰੁਪਏ ਮੰਥਲੀ ਪੈਨਸ਼ਨ ਵੀ ਦਿੱਤੀ ਜਾਊਗੀ। ਠੀਕ ਹੈ ਜੀ, ਦੱਸੋ ਯਾਰ ਮੀਜੋ। ਦੇਖੋ, ਜਿਸ ਤਰੀਕੇ ਦੇ ਨਾਲ ਸਾਰੇ ਅਨਾਉਂਸਮੈਂਟ ਦਸੀਆਂ ਸਿਰਸਾ ਸਾਹਿਬ ਨੇ ਕਿ ਉਹ ਪਰਿਵਾਰ ਜਿਹੜੇ ਸਾਨੂੰ ਪਿਛਲੇ 2 ਮਹੀਨੇ ਤੋਂ ਇਸ ਸੰਪਰਕ ਦੇ ਵਿੱਚ ਕਰ ਰਹੇ ਹੈ, ਕਿਉਂਕਿ 1 ਮਹੀਨਾ ਪਹਿਲੇ ਜਦ ਸਕੂਲ ਵੀ ਖੁੱਲੇ ਹੈ ਔਰ ਪੇਰੈਂਟਸ ਦੇ ਵਿੱਚ ਜਿਹੜੀ ਪ੍ਰੋਬਲਮ ਆਈ ਹੈ ਉਹਨੂੰ ਦੇਖਦੇ ਹੋਏ ਇਹ ਫੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਕਿ ਹਰ ਉਸ ਸਿੱਖ ਪਰਿਵਾਰ ਦਾ ਧਿਆਨ ਰੱਖਿਆ ਜਾਏਗਾ ਜਿਹੜਾ ਇਸ ਕੋਵਿਡ ਦੇ ਸਮੇਂ ਦੇ ਵਿੱਚ ਇਸ ਮਹਾਮਾਰੀ ਦਾ ਸ਼ਿਕਾਰ ਹੋਇਆ। ਉਹਨਾਂ ਦੇ ਪਰਿਵਾਰਾਂ ਦੇ ਉੱਤੇ ਅਗਰ ਕੋਈ ਤਰਾਸਦੀ ਆਈ ਹੈ, ਜੇ ਅਗਰ ਕੋਈ ਘਰੋਂ ਅਕਾਲ ਚਲਾਣਾ ਕਰ ਗਿਆ, ਉਹਨਾਂ ਦੀ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਜਿਸ ਤਰੀਕੇ ਦੇ ਨਾਲ ਦੱਸਿਆ, ਕਿਉਂਕਿ ਐਸਾ ਇੱਕ ਸਮਾਂ ਹੈ ਕਿ ਜਿਹਦੇ ਵਿੱਚ ਸਭ ਤੋਂ ਅਹਿਮ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਹੈ, ਜਿਹੜੀ ਦਿੱਲੀ ਦੀ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਔਰ ਲੋਕ ਇਸ ਵਕਤ ਸਾਡੇ ਵੱਲ ਦੇਖ ਰਹੇ ਹੈ ਕਿ ਇਹ ਫੈਸਲਾ ਔਰ ਇਹੋ ਜਿਹੀ ਮਦਦ ਦੀ ਲੋੜ ਇਸ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਪਰਿਵਾਰਾਂ ਲਈ ਕਰੇ। ਔਰ ਮੈਂ ਧੰਨਵਾਦ ਕਰਦਾ ਕਿ ਜਿਸ ਤਰੀਕੇ ਦੇ ਨਾਲ ਸੰਗਤਾਂ ਨੇ ਸਾਨੂੰ ਸਹਿਯੋਗ ਕੀਤਾ ਹਮੇਸ਼ਾ ਸਾਰੇ ਕਾਰਜਾਂ ਵਾਸਤੇ, ਇਹਨਾਂ ਕਾਰਜਾਂ ਵਿੱਚ ਵੀ ਹਮੇਸ਼ਾ ਸੰਗਤਾਂ ਸਾਡੇ ਨਾਲ ਰਹਿਣਗੀਆਂ ਔਰ ਅਸੀਂ ਵੱਧ ਤੋਂ ਵੱਧ ਇਹ ਲੋਕਾਂ ਦਾ, ਇਹ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਨੂੰ ਇਹਦਾ ਫਾਇਦਾ ਪਹੁੰਚਾ ਸਕੀਏ, ਸਾਡੀ ਹਮੇਸ਼ਾ ਕੋਸ਼ਿਸ਼ ਰਹੇਗੀ। ਰਾਏ ਤੁਹਾਡੀ ਸੀ ਤੇ ਅੱਜ ਦਾ ਜਿਹੜਾ ਫੈਸਲਾ ਕਮੇਟੀ ਨੇ ਕੀਤਾ ਹੈ, ਮੈਂ ਸਮਝਦਾ ਵੀ ਸਾਡੇ ਪਿਛਲੇ ਇਤਿਹਾਸ ਦੇ ਵਿੱਚ, ਮੈਨੂੰ ਤਕਰੀਬਨ 45 ਸਾਲ ਹੋ ਗਏ ਇੱਥੇ ਮੈਂਬਰ ਬਣੇ ਨੂੰ, ਸਭ ਤੋਂ ਪੁਰਾਣਾ ਮੈਂਬਰ ਮੈਂ ਹੀ ਹਾਂ 75 ਤੋਂ ਲੈ ਕੇ ਅੱਜ ਤੱਕ। ਇਹ ਪਿਛਲੇ ਸਮੇਂ ਤੇ ਅੱਜ ਤੱਕ ਕਦੀ ਇਹੋ ਜਿਹਾ ਨਹੀਂ ਹੋਇਆ, ਕਦੀ ਉਹ ਇਹ ਕੰਮ ਸਟੈਂਡ ਲਿਆ, ਇਹ ਬਹੁਤ ਵੱਡਾ ਸਟੈਂਡ ਲਿਆ। ਵੈਸੇ ਤਾਂ ਮੁਸੀਬਤ ਵੀ ਬਹੁਤ ਵੱਡੀ ਆਈ ਆ ਤੇ ਲੇਕਿਨ ਇੱਕ ਕਮੇਟੀ ਦੀ ਵਾਕਿਆ ਇਹ ਜ਼ਿੰਮੇਵਾਰੀ ਬਣਦੀ ਹੈ। ਜ਼ਿੰਮੇਵਾਰੀ ਤਾਂ ਸਮਝਣ ਨਾਲ ਹੁੰਦੀ ਆ, ਜੇ ਸਮਝੋਗੇ ਤਾਂ ਜ਼ਿੰਮੇਵਾਰੀ, ਨਹੀਂ ਸਮਝਦੇ ਕੁਝ ਵੀ ਨਹੀਂ ਹੈਗਾ। ਇਸ ਕਰਕੇ ਕਮੇਟੀ ਨੇ ਇਹ ਜ਼ਿੰਮੇਵਾਰੀ ਸਮਝੀ ਆ ਕਿ ਇਹ ਵਾਕਿਆ ਇਹ ਲੋਕਾਂ ਨਾਲ ਧੱਕਾ ਹੋਇਆ, ਜਿਹੜੇ ਲੋਕ ਮਰ ਗਏ ਨੇ ਕਰੋਨਾ ਦੇ ਵਿੱਚ, ਘਰ ਬਰਬਾਦ ਹੋ ਗਏ ਲੋਕਾਂ ਦੇ, ਕਈਆਂ ਘਰਾਂ ਵਿੱਚ 4-4 ਜੀਅ ਵਿਚਾਰੇ ਮਰ ਗਏ। ਤੇ ਦਿੱਲੀ ਕਮੇਟੀ ਦੇ ਸਿੱਖਾਂ ਦੀ ਜਿਹੜੀ ਆ ਨਾ ਮਿੰਨੀ ਪਾਰਲੀਮੈਂਟ ਆ, ਇਹ ਬਹੁਤ ਜ਼ਿੰਮੇਵਾਰੀ ਵਾਲੀ ਸਾਡੀ ਇੱਕ ਕਮੇਟੀ ਆ। ਤਾਂ ਪ੍ਰਧਾਨ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਸਾਰਿਆਂ ਨਾਲ ਮਿਲ ਕੇ, ਸਾਰਿਆਂ ਦੀ ਸਲਾਹ ਨਾਲ ਕੀਤਾ, ਉਹਨਾਂ ਇਕੱਲਿਆਂ ਨੇ ਨਹੀਂ ਕੀਤਾ ਔਰ ਬਹੁਤ ਹੀ ਸ਼ਲਾਘਾਯੋਗ ਆ। ਇਹਦੇ ਵਿੱਚ ਸਾਰੇ ਸਾਡੇ ਗਰੀਬ ਬੱਚਿਆਂ ਨੂੰ ਵੀ, ਸਿੱਖ ਬੱਚੇ ਜਿਹੜੇ ਫਾਦਰਲੈਸ ਬੱਚੇ ਨੇ ਉਹਨਾਂ ਨੂੰ ਖਾਸ ਤੌਰ ਤੇ ਵੱਡਾ ਫਾਇਦਾ ਹੋਊਗਾ ਔਰ ਨਾਲ ਸਿੰਘ ਸਭਾਵਾਂ ਨੂੰ ਇਸ ਗੱਲ ਦਾ ਮਾਣ ਸਨਮਾਨ ਮਿਲ ਦਿੱਤਾ ਹੈ ਕਿ ਉਹ ਜਿਹਨੂੰ ਰਿਕਮੈਂਡ ਕਰਕੇ ਭੇਜਣਗੇ, ਇਹ ਬੜੀ ਵੱਡੀ ਗੱਲ ਹੋਈ ਕਿ ਉਹਨਾਂ ਦੀ ਰਿਕਮੈਂਡੇਸ਼ਨ ਦੇ ਉੱਤੇ ਇੱਥੇ ਫ੍ਰੀ ਉਹਦੀ MRI ਵਗੈਰਾ ਨੂੰ ਡਾਇਗਨੋਸ ਕੀਤਾ ਜਾਊਗਾ ਸਾਰਾ। ਸੋ ਇਸ ਕਰਕੇ ਮੈਂ ਅੱਜ ਇਸ ਫੈਸਲੇ ਦੇ ਵਿੱਚ, ਮੈਂ ਆਪ ਵੀ ਮੈਂ ਇਹਦੇ ਵਿੱਚ ਇਹਨਾਂ ਨੂੰ ਅਨੁਮਾਨ ਵਾ
ਲੇਕਿਨ ਮੈਂ ਇਹਦੀ ਬਹੁਤ ਸ਼ਲਾਘਾ ਕਰਦਾ। ਇਹ ਫੈਸਲਾ ਹਾਲਾਤ ਦੇ ਮੁਤਾਬਕ ਇੰਨਾ ਵੱਡਾ ਫੈਸਲਾ ਕਿ ਕਦੀ ਨਹੀਂ ਹੋਇਆ ਔਰ ਬਹੁਤ ਵਧੀਆ ਫੈਸਲਾ ਹੋਇਆ। ਇਹਦੇ ਨਾਲ ਕੌਮ ਨੂੰ, ਸਮਾਜ ਨੂੰ ਬਹੁਤ ਵੱਡੀ ਰਾਹਤ ਮਿਲੇਗੀ, ਕਿਉਂਕਿ ਇਸ ਕਰੋਨਾ ਨੇ ਬਹੁਤ ਬਰਬਾਦੀ ਕੀਤੀ ਆ। ਉਸ ਬਰਬਾਦੀ ਦਾ ਇੱਕੋ ਇੱਕ ਤਰੀਕਾ ਸੀ ਇਹ ਜਿਹੜਾ ਅੱਜ ਵਰਤਿਆ ਗਿਆ। ਇਹਦੇ ਵਿੱਚ ਮੈਂ ਕਮੇਟੀ ਨੂੰ ਮੁਬਾਰਕਬਾਦ ਦਿੰਦਾ, ਸਰਦਾਰ ਪ੍ਰਧਾਨ ਸਾਹਿਬ ਨੂੰ ਖਾਸ ਤੌਰ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।